ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलामुअलैकुम। ਅਕਸਰ ਦੋਸਤ ਅਕਸਰ ਫਾਰਮਰ ਇਹ ਪੁੱਛਦੇ ਆ ਕਿ ਸੈਲਜ ਵੱਡੀ ਮਸ਼ੀਨ ਦੇ ਨਾਲ ਬਣਾਈਏ ਤੇ ਉਹ ਬਿਹਤਰ ਆ ਜਾਂ ਛੋਟੇ ਜਿਹੜੀ ਮਸ਼ੀਨ ਹੁੰਦੀ ਟਰੈਕਟਰ ਵਾਲੀ ਉਹਦੇ ਨਾਲ ਸੈਲਜ ਬਣਾ ਲਿਆ ਜਾਵੇ ਤੇ ਉਹ ਜ਼ਿਆਦਾ ਬਿਹਤਰ ਰਹਿੰਦਾ। ਅਸੀਂ ਆਪਣਾ ਗਰਮੀਆਂ ਵਾਲਾ ਸੈਲਜ ਟਰੈਕਟਰ ਵਾਲੀ ਮਸ਼ੀਨ ਨਾਲ ਬਣਾਇਆ ਸੀ। ਹੁਣ ਸਰਦੀਆਂ ਵਾਲਾ ਸੈਲਜ ਵੱਡੀ ਮਸ਼ੀਨ ਦੇ ਨਾਲ ਬਣਾ ਰਹੇ ਹਾਂ। ਦੋਨਾਂ ਦੇ ਵਿੱਚ ਕੀ ਫਾਇਦਾ ਹੋਇਆ, ਪੈਸੇ ਦਾ ਵਕਤ ਦਾ, ਔਰ ਉਸ ਤੋਂ ਬਾਅਦ ਜਿਹੜਾ ਸੈਲਜ ਦੀ ਬਣਾਵਟ ਦਾ ਕੀ ਫ਼ਰਕ ਪਿਆ, ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਉਹ ਦੱਸਾਂਗੇ। ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਨਾਲ ਇਹ ਵੀ ਦੱਸਾਂਗੇ ਕਿ ਅਗਰ ਜਿਹੜੇ ਛੋਟੇ ਫਾਰਮਰ ਹੈ ਉਹ ਅਗਰ ਦੂਸਰੇ ਟਰੈਕਟਰ ਵਾਲੀ ਮਸ਼ੀਨ ਦੇ ਨਾਲ ਬਣਾਉਣ ਤੇ ਉਹ ਸੈਲਜ ਕਿਸ ਤਰੀਕੇ ਨਾਲ ਬਣਾਉਣ, ਕਿਉਂਕਿ ਉਹ ਵੱਡੀ ਮਸ਼ੀਨ ਇਸਤੇਮਾਲ ਨਹੀਂ ਕਰ ਸਕਦੇ ਔਰ ਵੱਡੀ ਮਸ਼ੀਨ ਹਰ ਜਗ੍ਹਾ 'ਤੇ ਆਉਂਦੀ ਵੀ ਨਹੀਂ। ਤੇ ਉਹ ਦੋਸਤ ਕੀ ਕਰਨ, ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਦੋਸਤੋ, ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਟਰੈਕਟਰ ਵਾਲੀ ਜਿਹੜੀ ਮਸ਼ੀਨ ਹੈ ਉਹਦੇ ਨਾਲ ਸੈਲਜ ਬਣਾਓ ਤੇ ਵਕਤ ਲੱਗਦਾ ਜ਼ਿਆਦਾ। ਪਿਛਲੇ ਗਰਮੀਆਂ ਦੇ ਵਿੱਚ ਜਿਹੜਾ ਅਸੀਂ ਸੈਲਜ ਬਣਾਇਆ 8 ਕਿੱਲਿਆਂ ਦਾ, ਤੇ ਉਹਦੇ ਵਿੱਚ ਟਾਈਮ ਲੱਗਾ ਤਕਰੀਬਨ 3 ਤੋਂ 4 ਦਿਨ। ਇਸ ਵਾਰੀ ਅਸੀਂ ਵੱਡੀ ਮਸ਼ੀਨ ਨਾਲ ਸੈਲਜ ਬਣਾਇਆ 11 ਏਕੜਾਂ ਦਾ, ਤੇ ਸਾਡਾ ਟਾਈਮ ਲੱਗਾ ਸਿਰਫ 12 ਘੰਟੇ। ਮਤਲਬ ਕਿ ਵੱਡੀ ਮਸ਼ੀਨ 'ਤੇ ਟਾਈਮ ਥੋੜ੍ਹਾ ਲੱਗਦਾ, ਟਰੈਕਟਰ 'ਤੇ ਟਾਈਮ ਜ਼ਿਆਦਾ ਲੱਗਦਾ। ਉਸ ਤੋਂ ਬਾਅਦ ਪੈਸੇ ਦੀ ਅਗਰ ਅਸੀਂ ਗੱਲ ਕਰੀਏ, ਵੱਡੀ ਮਸ਼ੀਨ ਵਾਲੇ ਨੇ ਸਾਡੇ ਕੋਲ ਲਿਆ ਜੀ 24,000 ਰੁਪਈਆ ਪਰ ਏਕੜ, ਔਰ ਛੋਟੀ ਮਸ਼ੀਨ ਜਿਹੜੀ ਟਰੈਕਟਰ ਵਾਲੀ ਸੀ ਉਹਨੇ ਪਿਛਲੇ ਮਹੀਨੇ ਯਾਨੀ 6 ਮਹੀਨੇ ਪਹਿਲੇ ਸਾਡੇ ਕੋਲ 26,000 ਰੁਪਈਆ ਪਰ ਏਕੜ ਲਿਆ ਸੀਗਾ। ਤੀਸਰੀ ਚੀਜ਼ ਅਗਰ ਅਸੀਂ ਕਰੀਏ ਕਿ ਸਾਡੇ ਕੋਲੋਂ ਜਿਹੜਾ ਨਾ ਪਿਛਲੀ ਵਾਰੀ ਜਿਹੜਾ ਅਸੀਂ ਸੈਲਜ ਬਣਾਇਆ ਗਰਮੀਆਂ ਵਾਲਾ, ਉਹਦੇ ਵਿੱਚ ਜਿਹੜਾ ਨਾ ਸੈਲਜ ਦੇ ਵਿੱਚ ਕੱਖ ਜਿਹੇ ਰਹਿ ਜਾਂਦੇ ਸੀਗੇ ਟਰੈਕਟਰ ਵਾਲੀ ਮਸ਼ੀਨ ਦੇ ਨਾਲ। ਤੁਸੀਂ ਦੇਖ ਰਹੇ ਹੋਵੋਗੇ ਸੈਲਜ ਅਤੇ ਚਿੱਟੇ ਚਿੱਟੇ ਜਿਹੜੇ ਤੁਹਾਨੂੰ ਪਏ ਨਾ ਜੀ, ਇਹ ਛਲੀਆਂ ਦੇ ਜਿਹੜੇ ਹੈਗੇ ਨਾ ਉਹ ਰਹਿ ਜਾਂਦੇ ਸੀ ਕੁਛ। ਜਿਹੜਾ ਨਾ ਉਹਦੇ 'ਚ ਕੁਤਰਾ ਜਿਹੜਾ ਨਾ ਥੋੜ੍ਹਾ ਜਿਹਾ ਮੋਟਾ ਹੁੰਦਾ ਟਰੈਕਟਰ ਵਾਲੀ ਮਸ਼ੀਨ ਨਾਲ, ਅਤੇ ਜਾਨਵਰ ਜਿਹੜਾ ਨਾ ਸ਼ੌਕ ਨਾਲ ਖਾਂਦੇ ਨਹੀਂ ਹੈ। ਤੁਸੀਂ ਇੱਦਾਂ ਦੇਖ ਲਓ ਕਿ ਜਦੋਂ ਬੰਦਾ ਗੋਸ਼ਤ ਖਾ ਰਿਹਾ ਹੋਵੇ ਅਤੇ ਸ਼ੋਰਬੇ ਦੇ ਵਿੱਚ ਹੱਡੀ ਆ ਜਾਵੇ ਜਾਂ ਖਾਂਦਿਆਂ ਹੱਡੀ ਮੂੰਹ 'ਚ ਆ ਜਾਵੇ, ਅਤੇ ਭਾਵੇਂ ਜਿੰਨਾ ਮਰਜ਼ੀ ਚੰਗਾ ਸਾਲਣ ਪੱਕਿਆ ਹੋਵੇ ਅਤੇ ਜਿਹੜਾ ਨਾ ਉਹ ਅੱਛਾ ਨਹੀਂ ਲੱਗਦਾ, ਮਜ਼ਾ ਖਰਾਬ ਹੁੰਦਾ। ਬਿਲਕੁਲ ਇਸੇ ਤਰ੍ਹਾਂ ਜਾਨਵਰਾਂ ਨੂੰ ਜਿਹੜਾ ਨਾ ਸੈਲਜ ਖਾਂਦੇ ਜਿਹੜਾ ਮਜ਼ਾ ਆਉਂਦਾ ਨਾ, ਅਤੇ ਜਦੋਂ ਕੱਖ ਜਿਹੇ ਵਿੱਚ ਆ ਜਾਂਦੇ ਨਾ ਅਤੇ ਉਹਦੇ ਨਾਲ ਮਜ਼ਾ ਸਾਰਾ ਉਹਨਾਂ ਦਾ ਖਰਾਬ ਹੋ ਜਾਂਦਾ। ਇਸ ਕਰਕੇ ਬਣਾਵਟ ਜਿਹੜੀ ਹੈ ਉਹ ਵੱਡੀ ਮਸ਼ੀਨ ਵਾਲੇ ਦੇ ਨਾਲ ਜਿਹੜਾ ਅੱਛੀ ਬਣਦੀ, ਉਹ ਬਿਲਕੁਲ ਚੂਰਾ ਬਣਾ ਦਿੰਦੀ ਹੈ। ਅਤੇ ਟਰੈਕਟਰ ਵਾਲੀ ਜਿਹੜੀ ਹੈ ਉਹਦੇ ਨਾਲ ਐਡਾ ਖਾਸ ਕੁਤਰਾ ਨਹੀਂ ਹੁੰਦਾ। ਖਾਸ ਕੁਤਰਾ ਨਾ ਹੋਣ ਦੀ ਇੱਕ ਮੇਨ ਵਜ੍ਹਾ ਵੀ ਹੈ। ਔਰ ਦੂਸਰੀ ਆਖਰੀ ਚੀਜ਼ ਮੈਂ ਤੁਹਾਨੂੰ ਦੱਸਣੀ ਸੀ ਦੋਸਤ, ਜਿਹੜੇ ਸਾਡੇ ਛੋਟੇ ਫਾਰਮਰ ਆ, ਜਿਹੜੇ ਮਸਲਨ ਕਿ 4 ਕਿੱਲੇ 5 ਕਿੱਲੇ ਉਹਨਾਂ ਨੇ ਸੈਲਜ ਬਣਾਉਣਾ ਵਾ, ਕਈ ਤਾਂ 1 ਕਿੱਲਾ 2 ਕਿੱਲੇ ਵੀ ਸੈਲਜ ਬਣਾਉਂਦੇ ਆ। ਉਹ ਦੋਸਤ ਕੀ ਕਰਨ ਕਿ ਆਪਣੀ ਮੱਕੀ ਦਾ ਸੈਲਜ ਬਣਾਉਣ, ਲੇਕਿਨ ਕੋਸ਼ਿਸ਼ ਕਰਨ ਕਿ ਜਦੋਂ ਛੱਲੀ ਦੋਧੀ ਹੋਵੇ ਨਾ, ਉਦੋਂ ਗਿੱਲੀ ਮੱਕੀ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਹਾਲੇ ਕਿ ਬਿਲਕੁਲ ਸੁੱਕੀ ਨਾ ਹੋਵੇ, ਹਰੀ ਮੱਕੀ ਜਿਹਨੂੰ ਕਹਿੰਦੇ ਆ, ਹਰੀ ਮੱਕੀ ਦੇ ਨਾਲ ਤੁਸੀਂ ਛੋਟੇ ਟਰੈਕਟਰ 'ਤੇ ਸੈਲਜ ਬਣਾਓ ਅਤੇ ਫਿਰ ਉਹਦਾ ਕੁਤਰਾ ਵੀ ਜਿਹੜਾ ਅੱਛਾ ਹੋ ਜਾਏਗਾ, ਚੂਰਾ ਬਣ ਜਾਏਗਾ। ਫਿਰ ਤੁਹਾਨੂੰ ਸ਼ਿਕਾਇਤ ਨਹੀਂ ਆਏਗੀ। ਅਸੀਂ ਇਹ ਜਿਹੜਾ ਬਣਾਇਆ ਸੀਗਾ ਟਰੈਕਟਰ ਤੋਂ, ਛੋਟੇ ਟਰੈਕਟਰ ਤੋਂ ਬਣਾਇਆ ਸੀਗਾ, ਉਦੋਂ ਸਾਡਾ ਕੁਛ ਜਿਹੜਾ ਟਰੈਕਟਰ ਆਉਂਦਿਆਂ ਕਰਦਿਆਂ ਕੁਛ ਪਾਣੀ ਲੱਗਾ ਸੀ, ਅਤੇ ਉਦੋਂ ਜਿਹੜਾ ਇਹ ਗਰਮੀ ਦੀ ਸੀਗੀ ਮੱਕੀ, ਅਤੇ ਇਹਦੇ ਵਿੱਚ ਜਿਹੜਾ ਇਹ ਟਾਂਡਾ ਸੁੱਕ ਗਿਆ ਸੀ, ਛੱਲੀ ਸੁੱਕ ਗਈ ਸੀਗੀ, ਜਿਹਦੀ ਵਜ੍ਹਾ ਤੋਂ ਸ਼ਿਕਾਇਤ ਆਈ ਆ। ਠੀਕ ਹੈ ਜੀ। ਇਸ ਕਰਕੇ ਅਗਰ ਤੁਸੀਂ ਟਰੈਕਟਰ ਨਾਲ ਛੋਟੀ ਮਸ਼ੀਨ ਨਾਲ ਬਣਾਉਣਾ ਚਾਹੁੰਦੇ ਹੋ, ਅਤੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਹਨੂੰ ਹਰੀ ਮੱਕੀ ਹੋਵੇ ਔਰ ਜਿਹੜੇ ਦੁੱਧ ਦੀ ਛੱਲੀ ਹੋਵੇ, ਅਤੇ ਤੁਸੀਂ ਉਹਦੇ ਨਾਲ ਬਣਾ ਲਓ। ਫਿਰ ਸ਼ਿਕਾਇਤ ਤੁਹਾਨੂੰ ਨਹੀਂ ਆਏਗੀ, ਫਿਰ ਤੁਹਾਡਾ ਛੋਟੇ ਟਰੈਕਟਰ ਨਾਲ ਹੀ ਗੁਜ਼ਾਰਾ ਹੋ ਜਾਏਗਾ। ਲੇਕਿਨ ਫਾਇਦਾ ਕਿਸ ਦੇ ਵਿੱਚ ਹੈ? ਉਹ ਵੱਡੀ ਮਸ਼ੀਨ ਦੇ ਵਿੱਚ ਹੀ ਫਾਇਦਾ ਹੈ, ਕਿਉਂਕਿ ਉਹਦੇ ਵਿੱਚ ਪੈਸੇ ਦੀ ਵੀ ਬੱਚਤ ਆ, ਔਰ ਉਸ ਤੋਂ ਬਾਅਦ ਵਕਤ ਦੀ ਵੀ ਬੱਚਤ ਆ, ਔਰ ਉਸ ਤੋਂ ਬਾਅਦ ਜਿਹੜਾ ਨਾ ਹੈ ਅੱਛਾ ਜਿਹੜਾ ਨਾ ਸੈਲਜ ਬਣਦਾ ਟਰੈਕਟਰ ਦੀ ਬਨਿਸਬਤ। ਜਿਹੜਾ ਸਾਡਾ ਆਪਣਾ ਐਕਸਪੀਰੀਅੰਸ ਹੋਇਆ, ਉਸ ਐਕਸਪੀਰੀਅੰਸ ਦੀ ਬਿਨਾ 'ਤੇ ਮੈਂ ਤੁਹਾਨੂੰ ਇਹ ਦੱਸ ਰਿਹਾ ਵਾਂ। ਬਾਕੀ ਜਿੱਦਾਂ ਦੋਸਤਾਂ ਨੂੰ ਲੱਗੇ, ਜਾਨਵਰਾਂ ਵਾਸਤੇ ਬਹਰਹਾਲ ਸੈਲਜ ਹੀ ਬਿਹਤਰ ਆ ਸਬਜ਼ ਚਾਰੇ ਦੇ ਨਾਲੋਂ। ਅਤੇ ਇਸ ਕਰਕੇ ਜਿਹੜਾ ਨਾ ਤੁਸੀਂ ਆਪਣੇ ਫਾਰਮ ਵਾਸਤੇ ਸੈਲਜ ਬਣਾਓ। ਅਗਰ ਤੁਸੀਂ ਜਿਹੜਾ ਨਾ ਆਪਣਾ ਸੈਲਜ ਜ਼ਿਆਦਾ ਨਹੀਂ ਬਣਾ ਸਕਦੇ, ਠੀਕ ਹੈ ਜੀ, ਅਗਲੀ ਵੀਡੀਓ ਮੈਂ ਇਨਸ਼ਾਅੱਲਾ ਇੱਕ ਇਸ 'ਤੇ ਬਣਾਵਾਂਗਾ ਕਿ ਅਗਰ ਛੋਟੇ ਸਾਡੇ ਫਾਰਮਰ ਜਿਹੜੇ ਹੈ ਜਿਨ੍ਹਾਂ ਨੇ 1 ਕਿੱਲਾ 2 ਕਿੱਲੇ ਜਿਹੜਾ ਸੈਲਜ ਬਣਾਉਣਾ ਹੁੰਦਾ, ਅਤੇ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਇਹਨੂੰ ਮੈਨੇਜ ਕਰਨ। ਅਗਲੀ ਵੀਡੀਓ ਦੇ ਵਿੱਚ ਇਨਸ਼ਾਅੱਲਾ ਤੁਹਾਡੇ ਨਾਲ ਇਹ ਵੀ ਐਕਸਪੀਰੀਅੰਸ ਸ਼ੇਅਰ ਕਰਾਂਗੇ। ਹੁਣ ਇਨਸ਼ਾਅੱਲਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ। ਮਿਲਾਂਗੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ। ਉਨੀ ਦੇਰ ਮੈਨੂੰ ਦਿਓ ਇਜਾਜ਼ਤ। ਅਸਲਾਮੁਅਲੈਕੁਮ।